2 ਮਹੀਨੇ ਤੋਂ ਉੱਪਰ ਹੋ ਚੁੱਕੇ ਕਿਸਾਨ ਅੰਦੋਲਨ ਨੂੰ ਸਲਾਮ ਤੇ ਜੋ ਕੁਝ 26 ਜਨਵਰੀ ਨੂੰ ਸਥਿਤੀ ਬਣੀ ਤੇ ਡਾਵਾਂਡੋਲ ਹੋਏ ਸੰਘਰਸ਼ ਨੂੰ ਦੁਬਾਰਾ ਲੀਹ ਤੇ ਲੈ ਕੇ ਆਉਣ ਵਾਲੇ ਸ਼੍ਰੀ ਰਕੇਸ਼ ਟਕੈਤ ਨੂੰ ਦੋਹਰਾ ਸਲਾਮ। ਤੇ ਟਕੈਤ ਸਾਹਿਬ ਦੀਆਂ ਅੱਖਾਂ ਚੋਂ ਨਿਕਲੇ ਅਥਰੂਆਂ ਨੇ ਇਹ ਸਾਬਤ ਕਰ ਦਿੱਤਾ ਕਿ ਹੰਝੂਆਂ 'ਚ ਕਿੰਨੀ ਤਾਕਤ ਹੈ ਤੇ ਉਹਨੇ ਉਸ ਹੰਝੂ ਨੇ ਸਰਕਾਰ ਦੀ ਕੀ ਹਾਲਤ ਕਰਕੇ ਰੱਖ ਦਿੱਤੀ। ਇਹਦੇ ਬਾਰੇ ਜੇ मैं ये कह लवां कि आंख कम वक्त से उस बज़म में आंसू ना रुका, एक कतरे ने डुबोया मुझे दरिया होकर। ते हुण जो 26 जनवरी नूं लाल किले दे उत्ते होया ओदी गल करिए, होया क्यों? हर बंदे दा अपना अपना तर्क है दे उत्ते कि सरकार जां सरकार दीयां सुरक्षा फोर्सां जिहड़ियां इंनियां कमजोर हो गईयां सी कि लोग सारिਆਂ ਦੇ ਉੱਤੇ ਹੀ ਭਾਰੀ ਪੈ ਗਏ ਤੇ ਜਾਂ ਇਹ ਸਾਰਾ ਕੁਝ ਜਿਹੜਾ ਉਹ ਸਰਕਾਰ ਦੀ ਮਰਜ਼ੀ ਦੇ ਨਾਲ ਹੋਇਆ। ਮੋਦੀ ਗਵਰਨਮੈਂਟ ਗੱਲਾਂ ਤੇ ਕਰਦੀ ਆ ਚੀਨ ਦੀ ਤੇ ਪਾਕਿਸਤਾਨ ਦੀ ਘੁਸਪੈਠ ਰੋਕਣ ਦੀਆਂ ਤੇ ਇੱਥੇ ਆਪਣੇ ਹੀ ਘਰ ਦੇ ਵਿੱਚ ਢੇਰ ਹੋ ਕੇ ਰਹਿ ਗਈ। ਜਾਂ ਇਹ ਸਰਕਾਰ ਦੀ ਮਰਜ਼ੀ ਨਾਲ ਹੋਇਆ, ਗੱਲਾਂ ਤੇ ਦੋ ਹੀ ਨੇ, ਜਾਂ ਸਰਕਾਰ ਹਾਰ ਗਈ ਤੇ ਜਾਂ ਸਰਕਾਰ ਨੇ ਆਪ ਕਰਾਇਆ। ਕਿਉਂਕਿ ਸਰਕਾਰ ਪਹਿਲੇ ਦਿਨ ਤੋਂ ਹੀ ਇਹ ਚਾਹੁੰਦੀ ਸੀ ਕਿ ਇਹ ਅੰਦੋਲਨ ਹਿੰਸਕ ਹੋਵੇ, ਅਸੀਂ ਸਖਤੀ ਕਰੀਏ ਤੇ ਇਸ ਅੰਦੋਲਨ ਨੂੰ ਕੁਚਲੀਏ ਤੇ ਲੋਕਾਂ ਦੇ ਵਿੱਚ ਇਹਨਾਂ ਦੀ ਜਿਹੜੀ ਹਮਦਰਦੀ ਆ ਉਹ ਖਤਮ ਹੋਵੇ। ਕਿਉਂਕਿ ਇਸ ਅੰਦੋਲਨ ਨੂੰ ਜਿੰਨਾ ਵਿਸ਼ਵ ਭਰ ਦੇ ਵਿੱਚ ਪਿਆਰ ਤੇ ਹਮਦਰਦੀ ਮਿਲੀ ਉਹ ਸਰਕਾਰ ਨੂੰ ਹਜਮ ਜਿਹੜੀ ਉਹ ਨਹੀਂ ਸੀ ਹੋ ਰਹੀ ਤੇ ਸਰਕਾਰ ਦਾ ਕੱਦ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਬੌਣਾ ਨਜ਼ਰ ਆ ਰਿਹਾ ਸੀਗਾ। ਤਾਂ ਸਰਕਾਰ ਨੇ ਆਪਣੇ ਬੰਦੇ ਅੰਦੋਲਨ ਦੇ ਅੰਦਰ ਵਾੜ ਕੇ ਅਖੀਰ ਇਹ ਘਟਿਆ ਚਾਲ ਚੱਲੀ। ਮੈਂ ਸਰਕਾਰ ਬਾਰੇ ਜੇ ਇਹ ਕਹਿ ਲਵਾਂ ਕਿ ਤੁਸੀਂ ਜਿਹੜੀ ਹਰਕਤ ਕੀਤੀ ਆ ਇਹ ਲੈਣਾ ਤੁਹਾਡੇ ਉੱਤੇ ਬਿਲਕੁਲ ਠੀਕ ਢੁੱਕਦੀਆਂ ਕਿ ਨਸੀਬ ਬਿਗੜਾ ਤੋਂ ਗੂੰਗੇ बुराई करने लगे, नसीब बिगड़ा तो गूंगे बुराई करने लगे, हमारे कद के बराबर ना आ सके जो लोग हमारे पांव के नीचे खुदाई करने लगे। तुसी ये काम कीता जदों सरकार ये सब कुछ करके भी सफल ना हुई ते हताश होके सरकार ने हिंसा भड़काउण वाले लोकां दे नाल-नाल ਉਹਨਾਂ ਲੋਕਾਂ ਦੇ ਉੱਤੇ ਵੀ ਸੰਗੀਨ ਧਾਰਾਵਾਂ ਲਾ ਕੇ ਪਰਚਾ ਦਰਜ ਕਰ ਦਿੱਤਾ ਤੇ ਦੇਸ਼ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੇ ਪਹਿਲੇ ਦਿਨ ਤੋਂ ਹੀ ਕਿਸਾਨੀ ਝੰਡੇ ਦੇ ਨਾਲ-ਨਾਲ ਦੇਸ਼ ਦਾ ਝੰਡਾ ਜਿਹੜਾ ਉਹ ਤਿਰੰਗਾ ਨਾਲ ਚੁੱਕ ਕੇ ਜਿਹੜੇ ਤੁਰ ਰਹੇ ਸੀਗੇ। ਜਿਹੜੇ ਕਿਸਾਨ ਇੱਥੇ ਸਵਾਲ ਆ ਮੇਰਾ ਸਰਕਾਰ ਨੂੰ ਕਿ ਜਿਹੜੇ ਕਿਸਾਨ 26 जनवरी ਨੂੰ ਗਣਤੰਤਰ ਦਿਵਸ ਮਨਾ ਰਹੇ ਆ, ਆਪਣੀ ਟਰੈਕਟਰ ਪਰੇਡ ਕਰ ਰਹੇ ਆ, ਜਦੋਂ ਹਿੰਦੁਸਤਾਨ ਦੇ ਵਿੱਚ ਹਜ਼ਾਰਾਂ ਥਾਵਾਂ ਦੇ ਉੱਤੇ ਸੰਵਿਧਾਨ ਦੇ ਸਤਿਕਾਰ ਵਜੋਂ ਇਹ ਦਿਵਸ ਮਨਾਇਆ ਜਾਂਦਾ ਹੈ, ਉਸੇ ਤਰੀਕੇ ਇਹ ਦੇਸ਼ ਦਾ ਜਿਹੜਾ ਗਣਤੰਤਰ ਦਿਵਸ ਮਨਾ ਰਹੇ ਆ, ਝੰਡੇ ਜਿਹੜੇ ਤਿਰੰਗੇ ਚੁੱਕ ਕੇ ਨਾਲ-ਨਾਲ ਤੁਰ ਰਹੇ ਆ ਤੇ ਫਿਰ ਉਹ ਲੋਕ ਦੇਸ਼ ਵਿਰੋਧੀ ਕਿਵੇਂ ਹੋ ਸਕਦੇ ਆ? ਉਹਨਾਂ ਦੀ ਸੰਵਿਧਾਨ ਦੇ ਵਿੱਚ ਤੇ ਪੂਰੀ ਨਿਸ਼ਠਾ ਨਜ਼ਰ ਆਉਂਦੀ ਆ। ਜਿਨ੍ਹਾਂ ਲੋਕਾਂ ਦੇ ਬੱਚਿਆਂ ਦੀਆਂ ਬਜ਼ੁਰਗਾਂ ਦੀਆਂ ਲਾਸ਼ਾਂ ਤਿਰੰਗਿਆਂ ਦੇ ਵਿੱਚ ਲਪੇਟ ਕੇ ਜਿਹੜੀਆਂ ਉਹ ਘਰ ਵਾਪਸ ਆ ਰਹੀਆਂ ਹੁਣ, ਉਹ ਦੇਸ਼ ਵਿਰੋਧੀ ਕਿਵੇਂ ਹੋ ਸਕਦੇ ਆ? ਉਹ ਤਿਰੰਗੇ ਦਾ ਅਪਮਾਨ ਕਿਵੇਂ ਕਰ ਸਕਦੇ ਆ? ਸੋ ਮੋਦੀ ਸਾਹਿਬ ਆਪਣੇ ਚਿਹਰੇ ਦੇ ਉੱਤੋਂ ਬੀਜੇਪੀ ਦਾ ਚਸ਼ਮਾ ਉਤਾਰ ਕੇ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਿਆ ਕਰੋ। ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਨਾ ਕਿ ਇਕੱਲੇ ਬੀਜੇਪੀ ਦੇ। ਜਿਹੜਾ ਬੰਦਾ ਬੀਜੇਪੀ ਦੇ ਨਾਲ ਨਹੀਂ ਹੈ ਉਹ ਤੁਹਾਨੂੰ ਦੇਸ਼ ਵਿਰੋਧੀ ਲੱਗਦਾ, ਉਹਨੂੰ ਤੁਸੀਂ ਦੇਸ਼ ਵਿਰੋਧੀ ਸਰਟੀਫਿਕੇਟ ਜਿਹੜੇ ਵੰਡਦੇ ਫਿਰਦੇ ਹੋ। ਬੀਜੇਪੀ ਤੋਂ ਇਲਾਵਾ ਵੀ ਲੋਕਾਂ ਦੇ ਵਿੱਚ ਦੇਸ਼ ਭਗਤੀ ਹੈ, ਦੇਸ਼ ਪ੍ਰੇਮ ਹੈ। ਮੈਨੂੰ ਵੀ ਕੋਈ ਪੁੱਛੇ ਨਾ ਕਿ ਮੈਂ ਕੌਣ ਆ ਤੇ ਮੈਂ ਕਹੂੰਗਾ ਮੈਂ ਪੰਜਾਬੀ ਆ, ਬਸ ਪੰਜਾਬੀ ਆ। ਲੇਕਿਨ ਜੇ ਮੇਰੇ ਮੁਲਕ ਦੀ ਕਿਤੇ ਆਨ ਬਾਨ ਸ਼ਾਨ ਦੇ ਉੱਤੇ ਕੋਈ ਗੱਲਬਾਤ ਹੋਵੇ, ਕੋਈ ਖਤਰਾ ਮਹਿਸੂਸ ਹੋਵੇ ਤੇ ਮੈਂ ਭਾਰਤੀ ਆ ਤੇ ਬਸ ਭਾਰਤੀ ਆ। हम वतन, मैं तुहानू ये लेना कहन लगा कि हम वतन है इन्हें बेसूद ना समझा जाए, हम वतन है इन्हें बेसूद ना समझा जाए, प्यार के फूलों को बारूद ना समझा जाए, जो है मुजरिम उसे सूली पे चढ़ा दो, हर हक मांगने वाले को दाऊद ना समझा जाए। हुण मैं गल कर लगा ਉਹਨਾਂ ਦੀ ਜਿਨ੍ਹਾਂ ਨੇ ਕਿਸਾਨ ਆਗੂਆਂ ਤੋਂ ਬਾਗੀ ਹੋ ਕੇ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾਇਆ। ਨਹੀਂ ਮੈਂ ਕਹੂੰਗਾ ਝੰਡਾ ਲਾਇਆ, ਮੈਂ ਤੇ ਕਹੂੰਗਾ ਗੱਲਾਂ ਤੇ ਤੁਸੀਂ ਕਰਦੇ ਸੀਗੇ ਬਾਬਾ ਬਘੇਲ ਸਿੰਘ ਦੀਆਂ। ਬਾਬਾ ਬਘੇਲ ਸਿੰਘ ਨੇ 1783 ਸਨ ਦੇ ਵਿੱਚ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾਇਆ ਸੀ। ਉਸ ਤੋਂ 237 ਸਾਲ ਬਾਅਦ ਤੁਸੀਂ ਕਹਿੰਦੇ ਅਸੀਂ ਲਹਿਰਾਇਆ, 200-250 ਸਾਲ ਬਾਅਦ ਤੁਸੀਂ ਕਹਿੰਦੇ ਹੋ ਅਸੀਂ ਬਾਬਾ ਬਘੇਲ ਸਿੰਘ ਤੋਂ ਬਾਅਦ ਇੱਥੇ ਝੰਡਾ ਲਹਿਰਾਇਆ। ਬਾਬਾ ਬਘੇਲ ਸਿੰਘ ਲਾਲ ਕਿਲੇ ਦੇ ਉੱਤੇ ਝੰਡਾ ਲਾ ਕੇ ਭੱਜਤ ਨਹੀਂ ਸੀ ਗਿਆ। ਬਾਬਾ ਬਘੇਲ ਸਿੰਘ ਦਾ ਇਤਿਹਾਸ ਦੱਸਾਂ, ਉਸ ਨਾਲ ਆਪਣੀ ਤੁਲਨਾ ਕਰਦੇ ਹੋ ਨਾ, ਉਹਦੇ ਨਾਲ ਆਪਣੀ ਤੁਲਨਾ ਕਰਨ ਵਾਲਿਓ ਮੈਂ ਤੁਹਾਨੂੰ ਇਤਿਹਾਸ ਦੱਸਣ ਲੱਗਾ ਕਿ ਬਾਬਾ ਬਘੇਲ ਸਿੰਘ 18ਵੀਂ ਸਦੀ ਦਾ ਜਰਨੈਲ ਸੀਗਾ। ਉਸ ਟਾਈਮ ਦਿੱਲੀ ਦੇ ਉੱਪਰ औरंगजेब तो बाद आजम शाह का जो कब्जा सीगा बड़ा कमजोर जिहा बादशाह जानिया जाता इतिहास दे विच। उस समय मराठे ते अंग्रेजां ने मिलकर दिल्ली दे उत्ते कब्जा करने की सोची तो शाह आजम जिहड़ा आजम शाह सीगा उन्हें बाबा बघेल सिंह कोलों मदद मंगी उन्हां नूं हराउण लई, उन्हां नूं रोकण लई। ते बाबा बघेल सिंह ने 30,000 फौज का जिहड़ा जथा लैके दिल्ली वाल कूच किया। ते जदों
अंग्रेजां ते मराठियां नूं बाबा जी दे आउण दा पता लगा ते ओह मैदान छड्ड के भज गए। इहो जिहा जरनैल सीगा बाबा बघेल सिंह। जद बाबा बघेल सिंह अध रस्ते दे विच पहुंचे ते आजम शाह जिहड़ा सीगा शाह आजम ओहदा मन बेईमान हो गया। उन्हें बाबा बघेल सिंह नूं सुनेहा लाया कि तुसीं वापस चले जाओ, तुहाडी लोड़ नहीं गी इत्थे। तां बाबा बघेल सिंह ने कहा कि जंग दे मैदान दे विचों सिख जिहड़े ओह वापस नहीं मुड़दे सिंह, जां जितदे आ ते जां मरदे आ। सो लाल किले दे उत्ते झंडा जिहड़ा ओह खालसे दा लहराया जाऊगा, नहीं ते शहीदी होगी इत्थे आके। इत्थों पता लगदा ये पता लगदे ही जिहड़ा शाह आजम सीगा उन्हें दिल्ली सारी जिद्दां मोदी ने सील कीती उन्हें सील कर दित्ती ते बाबा बघेल सिंह दी फौज ने राह जांदे रुख विचों वढ के उहनूं घड़ के एक पेंसिल दा जिहड़ा रूप दित्ता सीगा, ओहदे नाल दिल्ली दीयां कंधां दे जिहड़े दरवाजिਆਂ ਦੇ ਉੱਤੇ मार के शेक कीते सी, ਉਹ ਕੀਤੇ ਮੋਰਿਆਂ ਨਾਲ दिल्ली 'ਚ ਅੱਜ ਵੀ ਇੱਕ ਜਗ੍ਹਾ ਹੈ ਜਿਹਨੂੰ ਮੋਰੀ ਗੇਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤੇ ਜਦੋਂ ਉਹਨਾਂ ਕੰਧਾਂ ਦੇ ਵਿੱਚ ਸ਼ੇਕ ਹੋ ਗਏ, ਇਹ ਫੌਜ ਜਿਹੜੀ ਕਿਲੇ ਦੇ ਅੰਦਰ ਦਿੱਲੀ 'ਚ ਵੜਨ ਲੱਗੀ ਤੇ ਜਿਹੜਾ ਸ਼ਾਹ ਆਜਮ ਸੀਗਾ ਉੱਥੋਂ ਭੱਜ ਗਿਆ ਤੇ ਜਿਹੜਾ ਉੱਥੇ ਤਖਤ ਸੀਗਾ ਜਿਹਦੇ ਉੱਤੇ ਔਰੰਗਜ਼ੇਬ ਤੇ ਜਿਹੜਾ ਆਜਮ ਸ਼ਾਹ ਬੈਠਾ ਸੀਗਾ ਉਸ ਸਿੱਲ ਨੂੰ ਉੱਥੋਂ ਪੁੱਟਿਆ ਬਾਬਾ ਬਘੇਲ ਸਿੰਘ ਨੇ ਤੇ ਦਿੱਲੀ ਤੋਂ ਘਸੀਟ ਕੇ ਇੱਥੇ ਅੰਮ੍ਰਿਤਸਰ ਲੈ ਕੇ ਆਏ ਹੋ, ਜਿਹੜੀ ਅੱਜ ਵੀ ਹਰਮੰਦਰ ਸਾਹਿਬ ਦੇ ਅੰਦਰ ਜਿਹੜਾ ਬੁੰਗਾ ਰਾਮਗੜੀਆ ਉਹਦੇ ਵਿੱਚ ਲਗਾਇਆ ਗਿਆ। ਤੇ ਜਿਹੜੀ ਦਿੱਲੀ ਦੀ 30,000 ਕੋਟ ਆ ਉਹ ਵੀ ਬਾਬਾ ਬਘੇਲ ਸਿੰਘ ਦੀ 30,000 ਦੀ ਜਿਹੜੀ ਫੌਜ ਜਿਹਨੇ ਦਿੱਲੀ ਚੜ੍ਹਾਈ ਕੀਤੀ ਸੀ ਉਹਦੇ ਕਰਕੇ ਉਹਨੂੰ 30,000 ਕੋਟ ਜਿਹੜਾ ਕਿਹਾ ਜਾਂਦਾ। ਉਸ ਤੋਂ ਬਾਅਦ ਬਾਬਾ ਬਘੇਲ ਸਿੰਘ ਹੋਰਾਂ ਨੇ ਦਿੱਲੀ ਨੂੰ ਆਪਣੇ ਅਧੀਨ ਕਰਕੇ ਪੰਜਾਬ ਵਾਸਤੇ ਸਾਰੇ ਦਿੱਲੀ ਦੇ ਟੈਕਸ ਦੇ ਵਿੱਚੋਂ 12.5% ਪੰਜਾਬ ਦੀ ਭਲਾਈ ਲਈ ਜਿਹੜਾ ਟੈਕਸ ਲੈਣਾ ਸ਼ੁਰੂ ਕੀਤਾ। ਇਹਦੇ ਨਾਲ ਨਾਲ ਇੱਕ ਚੀਜ਼ ਦੇ ਉੱਤੇ ਹੋਰ ਉਹਨਾਂ ਕੋ ਆਪਣੀ ਸ਼ਰਤ ਬਣਾਈ ਤੇ ਸਮਝੌਤਾ ਕੀਤਾ ਗਿਆ ਕਿ ਦਿੱਲੀ 'ਚ ਗੁਰਦੁਆਰੇ ਬਣਾ ਕੇ ਉਹਨਾਂ ਦੀ ਸੇਵਾ ਸੰਭਾਲ ਵੀ ਕੀਤੀ ਜਾਊਗੀ, ਜਿਨ੍ਹਾਂ ਦੇ ਵਿੱਚ ਗੁਰਦੁਆਰਾ ਮਾਤਾ ਸੁੰਦਰੀ ਜੀ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬਗੰਜ, ਗੁਰਦੁਆਰਾ ਸੀਸਗੰਜ, ਗੁਰਦੁਆਰਾ ਮਜਨੂ ਕਾ ਟਿੱਲਾ ਜਿਹੜੇ ਉਹ ਬਾਬਾ ਬਘੇਲ ਸਿੰਘ ਨੇ ਬਣਾਏ। ਇਹ ਬਾਬਾ ਬਘੇਲ ਸਿੰਘ ਦਾ ਇਤਿਹਾਸ ਸੀਗਾ। ਉਹਦੇ ਨਾਲ ਤੁਲਨਾ ਕਰਦੇ ਹੋ ਆਪਣੀ। ਤੁਸੀਂ ਦੱਸੋ ਕਿਹੜਾ ਝੰਡਾ ਚਲਾਇਆ ਜਿਹੜਾ ਅਗਲਿਆਂ ਨੇ 10 ਮਿੰਟਾਂ 'ਚ ਹੀ ਲਾ ਕੇ ਤੇ ਉਹਨੂੰ ਉੱਥੋਂ ਲਾ ਦਿੱਤਾ? ਤੁਹਾਡੀ ਕਿਹੜੀ ਸਰਕਾਰ ਦੇ ਨਾਲ ਸ਼ਰਤ ਲੱਗੀ ਸੀ ਕਿ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾ ਦੇਾਂਗੇ ਤੇ ਸਾਡੇ ਜਿਹੜੇ ਕਾਨੂੰਨ ਰੱਦ ਹੋ ਜਾਣਗੇ? ਤੁਹਾਡੀ ਇੰਨੀ ਗਲਤੀ ਨਾਲ ਸਰਕਾਰ ਦੇ ਹੱਥਾਂ 'ਚ ਖੇਡਣ ਦੇ ਨਾਲ ਅੰਦੋਲਨ ਕਿਤੇ ਨਾ ਕਿਤੇ ਕਮਜ਼ੋਰ ਹੋਇਆ ਤੇ ਸਰਕਾਰ ਦੇ ਇਰਾਦਿਆਂ ਨੂੰ ਤੁਸੀਂ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ, ਇਰਾਦੇ ਕਾਮਯਾਬ ਨਹੀਂ ਹੋਏ ਕਿਉਂਕਿ ਸੱਚ ਨਾਲ ਰੱਬ ਵੀ ਖਲੋਂਦਾ। ਪੂਰੀ ਦੁਨੀਆ ਇਸ ਸ਼ਾਂਤਮਈ ਸੰਘਰਸ਼ ਨੂੰ ਦੇਖ ਰਹੀ ਸੀ। ਦੁਨੀਆ ਭਰ ਦੇ ਚੈਨਲ ਇੱਥੇ ਆਏ ਹੋਏ ਸੀਗੇ ਜੋ ਸਰਕਾਰ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਹੀ ਨਹੀਂ ਸੀ, ਕਿਉਂਕਿ ਸਰਕਾਰ ਨੂੰ ਤੇ ਆਪਣੇ ਮੀਡੀਆ ਨੂੰ ਗੋਦ 'ਚ ਬਿਠਾਉਣ ਦੀ, ਜਿਹੜਾ ਭਾਰਤ ਦਾ ਮੀਡੀਆ ਵਾ ਉਹਨੂੰ ਗੋਦ 'ਚ ਬਿਠਾਉਣ ਦੀ ਆਦਤ ਪੈ ਚੁੱਕੀ ਆ। ਗੋਦੀ ਮੀਡੀਆ ਨਹੀਂ ਸੀ ਆਇਆ, ਬਾਕੀ ਸਾਰਾ ਮੀਡੀਆ ਆਇਆ ਸੀਗਾ। ਤੁਹਾਡੀ ਇਸ ਹਰਕਤ ਕਰਕੇ ਜਿਹੜਾ ਅੰਦੋਲਨ 72 ਘੰਟੇ ਚੱਲਣਾ ਸੀਗਾ, ਜਿੰਨੇ ਇੱਕ ਮਿਸਾਲ ਪੈਦਾ ਕਰਨੀ ਸੀ ਦੁਨੀਆ ਦੇ ਵਿੱਚ ਤੇ ਸਰਕਾਰ ਦੇ ਉੱਤੇ ਪ੍ਰੈਸ਼ਰ ਜਿਹੜਾ ਬਿਲਟ ਕਰਨਾ ਸੀਗਾ, ਉਹਨੂੰ ਵਿੱਚੇ ਹੀ ਖਤਮ ਕਰਨਾ ਪਿਆ। ਤੁਸੀਂ ਇਸ ਅੰਦੋਲਨ ਨੇ ਤੁਹਾਨੂੰ ਲੋਕਾਂ ਨੂੰ, ਜਿਹੜੇ ਲੋਕ ਤੁਸੀਂ ਬਾਗੀ ਹੋਏ, ਤੁਹਾਨੂੰ ਲੋਕਾਂ ਨੂੰ ਇਸ ਅੰਦੋਲਨ ਨੇ ਹੀ ਪਛਾਣ ਦਿੱਤੀ ਤੇ ਤੁਸੀਂ ਇਹਦੇ ਨਾਲ ਹੀ ਨਮਕਰਾਮੀ ਕੀਤੀ, ਇਹਦੀ ਪਿੱਠ 'ਚ ਛੁਰਾ ਮਾਰਿਆ। ਤੁਹਾਡੀ ਕੀਤੀ ਬਗਾਵਤ ਨੇ ਇਹ ਸਾਬਤ ਕਰ ਦਿੱਤਾ। ਇਹ ਲੈਣਾ ਮੈਂ ਤੁਹਾਡੇ ਲਈ ਬੋਲਣ ਲੱਗਾ ਜਿਹੜੇ ਬਾਗੀ ਹੋ ਕੇ ਕਿਸਾਨਾਂ ਤੋਂ ਉਧਰ ਗਏ ਆ ਕਿ अब वही शख्स बगावत पे उतर आया है मुद्दतों जिसने इस अंदोलन का नमक खाया है। तुसी ये भी नहीं सोचा कि 15-15 सालों के टीनेज बच्चे ਜਿਹੜੇ ਤੁਹਾਨੂੰ ਫੋਲੋ ਕਰਦੇ ਆ, ਤੁਹਾਡੇ ਮਗਰ ਲੱਗੇ ਆ, ਤੁਸੀਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦਾ ਭਵਿੱਖ ਵੀ ਖਤਰੇ 'ਚ ਪਾ ਕੇ ਰੱਖ ਦਿੱਤਾ। ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਇਹ ਅੰਦੋਲਨ बैरिकेड तोड़ के नहीं, पुलिस नाल लड़ के कामयाब नहीं हो रहा। ये पुलिस नाल लड़ के कामयाब नहीं चल रहा। यह अंदोलन लोगों की हमदर्दी ते तुहाडी हलीमी जिहड़ी किसानां दी है ओहदे करके कामयाब है। अंदोलन का मकसद दिल्ली जितनी नहीं, लोगों का दिल जितना सीगा, इहदे करके कामयाब चल रहा। लोगों का दिल जितया। लड़ाई बिल्लां दी है ना कि अलग देश बनाउण दी। मैं पहला भी कहंदा रहा कि इस मुद्दे दे उत्ते केवल ते केवल किसान जथेबंदियां नूं फॉलो किया जाए। उन्हां दा कई सालां दा इहदे च तजर्बा ते संघर्ष है, उन्हां दा कई सालां दा इहदे विच उन्हां कोल जिहड़ी समझ है वो समझ इस मसले दे उत्ते साडे लोकां कोल नहीं हैगी। ते जबरदस्ती दे सलाहकार ना बणो। जिन्ना लाल किला फतेह करना, जिन्ना दिल्ली फतेह करनी है, वो किसान संघर्ष की आड़ ना लैण, अपना मंच तैयार करन ते दिल्ली वालियां नाल लड़ जाके। दूजे पासे मैं देश के प्रधानमंत्री ते गृह मंत्री नूं भी यह कहना चाहुंदा कि 26 जनवरी वाले दिन घटनाक्रम के उत्ते तुसीं बड़ी मतलब जल्दी विखाई। घटनाक्रम भी आप ही कराया, सरकार की साजिश सीगी।
ਔਰ ਪਰਚਾ ਦੇਣ ਲੱਗਿਆ ਵੀ ਤੁਸੀਂ 2 ਮਿੰਟ ਨਹੀਂ ਲਾਏ ਤੇ ਉਹਦੇ ਵਿੱਚ ਜਾਇਜ਼ ਦੇ ਨਾਲ ਨਾਲ ਜਿਹੜੇ ਲੋਕ ਨਜਾਇਜ਼ ਸੀਗੇ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ। ਇੰਨੀ ਜਲਦੀ ਕਿਤੇ ਹਰ ਥਾਂ ਤੇ ਵਿਖਾਇਆ ਕਰੋ, ਚਾਹੇ ਉਹ ਗੁਜਰਾਤ ਦੇ ਦੰਗੇ ਹੋਣ, ਚਾਹੇ ਉਹ ਦਿੱਲੀ ਦੇ ਦੰਗੇ ਹੋਣ, ਚਾਹੇ ਉਹ यूपी ਦੇ दंगे होने। मैं ਤੁਹਾਡੇ बारे गल कहां मोदी साहब ते गृह मंत्री साहब के आतंक के खिलाफ ये अभियान चला दो, आतंक के खिलाफ ये अभियान चला दो। अरे अफजल और कसाब की हस्ती को मिटा दो। इंसाफ हो रहा है तो इंसाफ खुल के हो। गुजरात और दिल्ली के कातिल को भी सूली पे चढ़ा दो। एक पासे तुसी आपे ही साजिश रचदे हो, एक पासे आपे ही तुसी इन्हां लोकां दे उत्ते परचा दिंदे हो। फिर देश जिथे जिथे दंगे होए, जिथे जिथे भी हिंसक रूप किसी ने धारिया, उन्हां सारियां दे उत्ते बराबर दी कार्रवाई करो ना। अखीर दे विच मैं किसान आगूआं नूं उत्थे जिहड़ी डटी जिहड़ी सारी संगत आ उहनूं दिल तो सलाम करदा ते धन्नवाद करदा कि बहुत कुछ तुहाडे कोलों सिੱਖਣ ਨੂੰ मिल रहा। यह भी सिੱਖਿਆ मिली है कि ताकतवर तो ताकतवर बंदे नूं किवें हलीमी नाल ते जज्बे नाल दृढ़ता दे नाल हराया जा सकदा। मैं ते मेरे समेत सारे देश ते विश्व भर दीआं जिहड़ियां निगाहां वा ਉਹ ਤੁਹਾਡੀ ਜਿੱਤ ਪ੍ਰਤੀ ਆਸਵੰਦ ਹੋ ਕੇ ਟਿਕੀਆਂ ਵਾ। ਤੁਹਾਡੇ ਲਈ ਇਹ ਸ਼ਬਦ ਕਹਿ ਕੇ ਦੋ ਸ਼ਬਦ ਦੋ ਲੈਣਾ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ। मैं दिलों सलूट करदा ਤੁਹਾਨੂੰ कि अपने चेहरे से जो जाहिर है, अपने चेहरे से जो जाहिर है उसको छुपाऊं कैसे, तेरी मर्जी के मुताबिक नजर आऊं कैसे। घर सजाने की तसव्वुर तो बाद की बात है, घर सजाने की तसव्वुर तो बाद की बात है। पहले ये तो तय हो कि मैं इस घर को बचाऊं कैसे। लाख तलवारें आ जाए मेरी गर्दन की तरफ, सर झुकाना नहीं सीखा तो सर झुकाऊं कैसे।